Good morning students. Once again, welcome to my YouTube channel. Today I am discuss about to the second part of the sentence video. In this session, I am discuss about to the extension of the sentences and give their more examples related to their different kinds of the sentences. And before starting this session, I will ask to the which students has been come to the first time on my YouTube channel. So you will be see their first part of this video, definition of sentence types and its examples, and I am also give there some kinds of the practice work in the end of the video, and you will be a do with the help of to the explanation of this video. And now I will start this session. In this session I will discuss about to the kinds of the sentences. ਇਸ ਸੈਸ਼ਨ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਵੀ ਹੋਰ ਕਿਹੜੇ ਤਰ੍ਹਾਂ ਦੇ ਸੈਂਟੈਂਸਸ ਹੁੰਦੇ ਆ। ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਪ੍ਰੈਕਟਿਸ ਵਰਕ ਦਿੱਤਾ ਸੀਗਾ ਉਹਦੇ ਆਨਸਰਸ ਜਿਹੜੇ ਨੇ ਆਨਸਰ ਕੀ ਆ ਮੈਂ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਰਿਹਾ ਤੁਹਾਡੇ ਨਾਲ। ਵਟ ਇਜ਼ ਦੀ ਆ ਬਿਊਟੀਫੁਲ ਕੰਟਰੀ ਇਟ ਇਜ਼, ਸਾਈਨ ਆਫ ਐਕਸਪਲੇਨੇਟਰੀ ਲੱਗਿਆ ਸੀ ਤਾਂ ਇਹ ਕਿਹੜਾ ਸੈਂਟੈਂਸ ਆ, ਇੱਕ ਹੈਰਾਨੀ ਜਤਾ ਰਿਹਾ ਤਾਂ ਇਹ ਕਿਹੜਾ ਵਾ ਐਕਸਪਲੇਨੇਟਰੀ ਜਿਹੜਾ ਮੈਂ ਤੁਹਾਨੂੰ ਇੱਕ ਬਣਾ ਕੇ ਦੱਸਿਆ ਸੀ। ਸੈਕਿੰਡ ਹੈ ਹਾਊ ਟੂ ਦੀ ਫਲੂਐਂਟਲੀ ਦੀ ਲੇਡੀ ਟਾਕ ਇਨ ਟੂ ਦੀ ਫ੍ਰੈਂਚ फ्रेंच ਦੇ ਵਿੱਚ ਸਾਈਨ ਆਫ ਐਕਸਪਲੇਨੇਟਰੀ ਲੱਗਾ ਹੈ ਤਾਂ ਇਹ ਵਾਲਾ ਵੀ ਕਿਹੜਾ ਸੈਂਟੈਂਸ ਆ, ਐਕਸਕਲੇਮੇਟਰੀ ਸੈਂਟੈਂਸਿਸ ਆ। ਨੈਕਸਟ ਹੈਗਾ ਵਾ ਵਟ ਇਜ਼ ਪਿਟੀ ਯੂ ਕੈਨ ਨਾਟ ਜੁਆਇਨ ਅਸ, ਤਾਂ ਇਹਦੇ ਵਿੱਚ ਵੀ ਸਾਈਨ ਆਫ ਐਕਸਪਲੇਨੇਟਰੀ ਲੱਗਾ ਹੈ ਤਾਂ ਇਹ ਕਿਹੜਾ ਸੈਂਟੈਂਸ ਆ, ਐਕਸਕਲੇਮੇਟਰੀ ਸੈਂਟੈਂਸ ਸੀਗਾ। ਨੈਕਸਟ ਹੈਗਾ ਵਾ ਰਾਣੀ ਇਜ਼ ਅ ਨਾਈਸ ਗਰਲ, ਪਿੱਛੇ ਫੁੱਲ ਸਟਾਪ ਤਾਂ ਇਸ ਦਾ ਮਤਲਬ ਇਹ ਕੀ ਆ, ਸਿੰਪਲ ਸੈਂਟੈਂਸ ਆ ਤਾਂ ਇਹਨੂੰ ਕੀ ਕਿਹਾ ਜਾਂਦਾ, ਅਸਰਟਿਵ ਸੈਂਟੈਂਸਿਸ ਕਿਹਾ ਜਾਂਦਾ। ਨੈਕਸਟ ਹੈਗਾ ਡੂ ਆਈ ਡੂ ਮਾਈ ਡਿਊਟੀ, ਪਿੱਛੇ ਕੁਐਸਚਨ ਮਾਰਕ ਤਾਂ ਇਹ ਕਿਹੜਾ ਸੈਂਟੈਂਸ ਹੈ, ਇਹ ਇੰਟੈਰੋਗੇਟਿਵ, ਕਿਉਂਕਿ ਇਸ ਦੇ ਇੰਟੈਰੋਗੇਟਿਵ ਸੈਂਟੈਂਸ ਦੀ ਇੱਕ ਪਛਾਣ ਦੱਸੀ ਸੀ ਉਹ ਕੀ ਹੁੰਦੀ ਹੈ, ਜਿਹਦੇ ਪਿੱਛੇ ਕੁਐਸਚਨ ਮਾਰਕ ਲੱਗਿਆ ਹੁੰਦਾ। ਨੈਕਸਟ ਹੈਗਾ ਵਟ ਇਜ਼ ਦੀ ਲਵਲੀ ਫਲਾਵਰ, ਪਿੱਛੇ ਸਾਈਨ ਆਫ ਐਕਸਪਲੇਨੇਟਰੀ ਲੱਗਾ ਹੈ ਤਾਂ ਇਹ ਕੀ ਆ, ਹੈਰਾਨੀ ਜਤਾ ਰਿਹਾ ਤਾਂ ਇਹ ਕੀ ਆ, ਐਕਸਪਲੇਨੇਟਰੀ ਸੈਂਟੈਂਸਿਸ। ਨੈਕਸਟ ਹੈਗਾ ਮੇ ਯੂ ਗਰੋ ਵਾਈਜ਼ਰ, ਪਿੱਛੇ ਸਾਈਨ ਆਫ ਐਕਸਪਲੇਨੇਟਰੀ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਐਕਸਕਲੇਮੇਟਰੀ ਆ। ਹੁਣ ਇੱਥੇ ਮੇ ਜਾਂ ਵਿਸ਼ ਵਰਡ ਲੱਗਿਆ ਹੋਵੇ ਤਾਂ ਉਹ ਕੀ ਹੁੰਦਾ ਵਾ, ਓਮੇਟਿਵ ਸੈਂਟੈਂਸਿਸ ਦੇ ਵਿੱਚ ਆਉਂਦਾ। ਤਾਂ ਇਹ ਕਿਹੜਾ ਸੈਂਟੈਂਸ ਆ, ਓਮੇਟਿਵ ਸੈਂਟੈਂਸ। ਨੈਕਸਟ ਹੈਗਾ ਆਈ ਵਿਸ਼ ਆਈ ਵਾਜ਼ ਅ ਕਿੰਗ, ਤਾਂ ਇਹ ਵੀ ਕਿਹੜਾ ਵਾ, ਓਮੇਟਿਵ ਸੈਂਟੈਂਸ। ਕਿਉਂ? ਕਿਉਂਕਿ ਵਿਸ਼ ਲੱਗਾ ਹੋਇਆ ਵਾ। ਲਾਸਟ ਵਨ ਆਫ ਦੀ ਪ੍ਰੈਕਟਿਸ ਵਰਕ ਸੈਂਟੈਂਸ ਸ਼ੁਡ ਆਈ ਸਟਿਕ ਟੂ ਮਾਈ ਪ੍ਰੋਮਿਸ, ਪਿੱਛੇ ਕੁਐਸਚਨ ਮਾਰਕ ਤਾਂ ਇਹ ਕਿਹੜਾ ਵਾ, ਇੰਟੈਰੋਗੇਟਿਵ ਸੈਂਟੈਂਸ। ਆਈ ਹੋਪ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੇ ਆਨਸਰ ਦਿੱਤੇ ਹੋਏ ਹੋਣਗੇ। ਨਾਓ ਅੱਜ ਅਸੀਂ ਸ਼ੁਰੂ ਕਰਦੇ ਹਾਂ ਵੀ ਜਿਹੜਾ ਅਸੀਂ ਅੱਜ ਦਾ ਸੈਸ਼ਨ ਜਿਹੜਾ ਬਣਾਇਆ ਵਾ, ਮੈਂ ਇਸ ਸੈਸ਼ਨ ਦੇ ਵਿੱਚ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਹੋਰ ਵੀ ਜਿਹੜੇ ਅਦਰਸ ਜਿਹੜੇ ਸਾਡੇ ਬਣੇ ਹੋਏ ਸੈਂਟੈਂਸਿਸ ਨੇ ਉਹਨਾਂ ਬਾਰੇ। ਇਸ ਤੋਂ ਪਹਿਲਾਂ ਅਸੀਂ ਇਹਦੀ ਕੀ ਆ, ਪਾਰਟਸ ਆਫ ਸੈਂਟੈਂਸਿਸ ਕਰਦੇ ਹਾਂ। ਫਸਟ ਹੈਗਾ ਦੀ ਬੇਸਿਕ ਟਾਈਪਸ ਆਫ ਟੂ ਦੀਆਂ ਸੈਂਟੈਂਸਿਸ ਆਰ ਦਾ ਸਬਜੈਕਟ, ਵਰਬਸ and the object. So the subject is usually noun and the word that the names of person, place and things. A verb usually follow their subject and identify an action and states of to their beings, and an objective receives the action and usually follows the verbs। यानी कि एक ਸੈਂਟੈਂਸ ਕੀ ਹੁੰਦਾ, ਸੈਂਟੈਂਸ ਉਹ ਚੀਜ਼ ਹੁੰਦੀ ਆ। ਇੱਕ ਗੱਲ ਯਾਦ ਰੱਖਣੀ ਤੁਸੀਂ, ਇੱਕ ਸੈਂਟੈਂਸ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿ ਸਬਜੈਕਟ ਹੋਣਾ ਪਲੱਸ ਵਰਬ ਹੋਣਾ ਪਲੱਸ ਆਬਜੈਕਟ। ਹੁਣ ਜਿਹੜਾ ਵੀ ਸਬਜੈਕਟ ਹੋਏਗਾ ਉਹ ਕੋਈ ਵੀ ਨਾਊਨ ਹੋ ਸਕਦਾ ਵਾ, ਪ੍ਰਨਾਊਨ ਹੋ ਸਕਦਾ ਵਾ, ਕੁਝ ਵੀ ਹੋ ਸਕਦਾ ਵਾ, ਤੇ ਦੈਨ ਉਹਨੂੰ ਇਮੀਡੀਏਟਲੀ ਕਿਹੜਾ ਫੋਲੋ ਕਰੇਗਾ, ਵਰਬ। ਪਰ ਵਰਬ ਦੇ ਵਿਚਾਲੇ ਵੀ ਇੱਕ ਚੀਜ਼ ਆ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਹੈਲਪਿੰਗ ਵਰਬ, ਉਹਦੇ ਬਾਰੇ ਵੀ ਅਸੀਂ ਡਿਸਕਸ ਕਰਾਂਗੇ। ਤੇ ਲਾਸਟ ਦੇ ਵਿੱਚ ਸਾਡੇ ਕੋਲ ਕੀ ਹੋਏਗਾ, ਆਬਜੈਕਟ। ਆਬਜੈਕਟ ਕੀ ਹੁੰਦਾ ਵਾ ਵੀ ਜਿਹੜਾ ਸੈਂਟੈਂਸ ਦੇ ਵਿੱਚ ਲਾਸਟ ਦੇ ਵਿੱਚ ਜਿਹੜੀ ਚੀਜ਼ ਫੋਲੋ ਕਰਦੀ ਹੁੰਦੀ ਆ। ਆਹ ਤਿੰਨਾਂ ਦਾ ਆਪਸ ਦੇ ਵਿੱਚ ਜੋੜ ਹੋਣਾ ਬਹੁਤ ਜ਼ਰੂਰੀ ਹੈ ਇੱਕ ਮੀਨਿੰਗਫੁਲ ਸੈਂਟੈਂਸ ਬਣਾਉਣ ਦੇ ਲਈ। ਨਾਓ ਹੁਣ ਅਸੀਂ ਇਹਦੀ ਡੈਫੀਨੇਸ਼ਨ ਜਿਹੜੀ ਆ ਉਹ ਪੰਜਾਬੀ ਦੇ ਵਿੱਚ ਦੇਖਦੇ ਹਾਂ ਵੀ ਪੰਜਾਬੀ ਦੇ ਵਿੱਚ ਇਹਦੀ ਕੀ ਡੈਫੀਨੇਸ਼ਨ ਹੈ। ਡੈਫੀਨੇਸ਼ਨ ਆ ਵਾਕਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ ਨੇ? ਇੱਕ ਹੁੰਦੇ ਆ ਸਬਜੈਕਟ। ਇਹ ਤੋਂ ਇਲਾਵਾ ਜਿਹੜੇ ਟਾਈਪਸ ਆਫ ਸੈਂਟੈਂਸਿਸ ਨੇ, ਡੈਫੀਨੇਸ਼ਨ ਅਸੀਂ ਇੰਗਲਿਸ਼ 'ਚ ਕੀਤੀ ਹੈ, ਤੁਸੀਂ ਐਜ਼ ਇਟ ਇਜ਼ ਕਾਪੀ ਦੇ ਉੱਤੇ ਨੋਟ ਡਾਊਨ ਕਰਨੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਸੈਂਟੈਂਸ ਹੁੰਦੇ ਆ ਉਹਨਾਂ ਨੂੰ ਕਿਹੜੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਉਹਨਾਂ ਨੂੰ ਦੋ ਭਾਗਾਂ ਦੇ ਵਿੱਚ ਹੋਰ ਵੰਡਿਆ ਗਿਆ। ਕਿਹੜੇ? ਸਬਜੈਕਟਸ ਜਿਹਨੂੰ ਉਦੇਸ਼ ਕਿਹਾ ਜਾਂਦਾ ਵਾ, ਤੇ ਪ੍ਰੈਡੀਕੇਟਸ ਜਿਹਨੂੰ ਵਿਧੀ ਕਿਹਾ ਜਾਂਦਾ ਵਾ, ਜਿਹੜੇ ਕੰਮ ਦੇ ਲਈ ਕੀਤੇ ਜਾਂਦਾ। ਸਬਜੈਕਟ ਕੀ ਹੁੰਦਾ ਹੈ? ਉਹ ਵਾਕ ਆ ਜਿਸ ਦੇ ਵਿੱਚ ਵਿਅਕਤੀ, ਪਸ਼ੂ, ਜਾਣੀ ਕਿ ਕਹਿਣ ਦਾ ਭਾਵ ਕੋਈ ਵੀ ਨਾਊਨ ਆ ਸਕਦਾ ਵਾ ਜਾਂ ਪ੍ਰਨਾਊਨ, ਉਹ ਸਾਡਾ ਸਬਜੈਕਟ ਬਣੇਗਾ। ਪ੍ਰੈਡੀਕੇਟ ਕੀ ਹੋਏਗਾ? ਜਿਹੜਾ ਕਿ ਸਾਨੂੰ ਇਹ ਦੱਸੇਗਾ ਭਾਈ ਉਹ ਕੀ ਕੰਮ ਕਰ ਰਹੇ ਨੇ। ਜਾਣੀ ਕਿ ਇਸ ਦੇ ਵਿੱਚ ਜਿਹੜਾ ਇੱਕ ਸਬਜੈਕਟ ਦੇ ਨਾਲ ਤੋਂ ਬਾਅਦ ਜਿੰਨੀ ਵੀ ਚੀਜ਼ਾਂ ਪਈਆਂ ਹੋਣਗੀਆਂ, ਚਾਹੇ ਉਹ ਵਰਬ ਹੋਵੇ ਤੇ ਆਬਜੈਕਟ ਹੋਵੇ, ਇਹ ਸਾਰੀਆਂ ਚੀਜ਼ਾਂ ਕੀ ਨੇ? ਪ੍ਰੈਡੀਕੇਟਸ, ਜਿਹੜੇ ਕਿ ਸਾਨੂੰ ਸਬਜੈਕਟਸ ਦੇ ਨਾਲ ਜੋੜਦੀਆਂ ਨੇ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਵੇਗਾ। ਨਾ ਹੁਣ ਅਸੀਂ ਇਹਦੀ ਇੱਕ ਅੱਧੀ ਐਗਜ਼ਾਮਪਲ ਕਰਦੇ ਹਾਂ ਜਿਹਦੇ ਥਰੂ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਏਗਾ
ਵੀ ਇਹ ਕੀ ਚੀਜ਼ਾਂ ਨੇ। ਠੀਕ ਹੈ ਜੀ, ਸਬਜੈਕਟ ਜਿਹੜੀ ਕਿ ਅਸੀਂ ਗੱਲ ਕੀਤੀ, ਪ੍ਰੀਡੀਕੇਟਸ ਜਿਹੜਾ ਮੈਂ ਤੁਹਾਨੂੰ ਦੱਸਿਆ, ਇਹਨੂੰ ਐਜ਼ ਇਟ ਇਜ਼ ਕਾਪੀ ਦੇ ਉੱਤੇ ਲਿਖ ਲਿਓ ਕਿਉਂਕਿ ਇਹ ਤੁਹਾਡੇ ਲਈ ਯੂਜ਼ਫੁਲ ਇੱਕ ਨੋਟਸ ਬਣ ਜਾਣਗੇ। ਨੈਕਸਟ ਆ ਦੇਖੋ, ਹੁਣ ਮੈਂ ਤੁਹਾਨੂੰ ਇਹ ਇੱਕ ਸੈਂਟੈਂਸ ਤੋੜ ਕੇ ਦਿਖਾਇਆ ਹੋਇਆ। ਫਸਟ ਆਫ ਆਲ ਵੀ ਤੁਹਾਨੂੰ ਇੱਕ ਸੈਂਟੈਂਸ ਦੱਸਿਆ ਗਿਆ, ਇੱਕ ਸੈਂਟੈਂਸ ਤੁਹਾਨੂੰ ਦਿੱਤਾ ਹੈ ਜਿਵੇਂ ਅਮਰ ਲੀਵਸ ਇਨ ਇਲਾਹਾਬਾਦ। ਤਾਂ ਅਮਰ ਕਿੱਥੇ ਰਹਿ ਰਿਹਾ? ਇਲਾਹਾਬਾਦ ਦੇ ਵਿੱਚ ਰਹਿ ਰਿਹਾ। ਅਮਰ ਕੀ ਹੈ? ਇੱਕ ਸਬਜੈਕਟ। ਅਮਰ ਕੀ ਹੈ? ਇੱਕ ਸਬਜੈਕਟ। ਤਾਂ ਅਮਰ ਇੱਕ ਸਬਜੈਕਟ ਹੋ ਗਿਆ। ਉਦੋਂ ਬਾਅਦ ਜਿੰਨੇ ਵੀ ਚੀਜ਼ਾਂ ਪਈਆਂ ਜਾਣੀ ਕਿ ਲੀਵਸ, ਇੱਥੋਂ ਤੋਂ ਲੈ ਕੇ ਲੀਵਸ ਇਨ ਇਲਾਹਾਬਾਦ ਜਾਣੀ ਕਿ ਇਲਾਹਾਬਾਦ ਤੱਕ, ਇਹ ਕੀ ਹੈ? ਸਾਰਾ ਸਾਡਾ ਪ੍ਰੀਡੀਕੇਟ ਹੈ। ਨੈਕਸਟ ਜਿਹੜਾ ਵਾ ਉਹ ਦੇਖਦੇ ਹਾਂ, ਹਾਊ ਡਜ਼ ਆ ਫਿਸ਼ ਸਵਿਮ। ਹੁਣ ਇੱਥੇ ਯਾਦ ਰੱਖੋ ਵੀ ਜਿਹੜਾ ਹਾਊ ਡਜ਼ ਹੁੰਦਾ ਹੈ ਕਦੇ ਵੀ ਸਬਜੈਕਟ ਨਹੀਂ ਮੰਨਿਆ ਜਾਂਦਾ। ਸਬਜੈਕਟ ਇਹ ਨਹੀਂ ਜ਼ਰੂਰੀ ਹੈਗਾ ਵੀ ਉਹ ਕੀ ਆ ਹਮੇਸ਼ਾ ਅੱਗੇ ਹੀ ਆਵੇ। ਜਿਵੇਂ ਜਿਵੇਂ ਕੁਐਸਚਨ ਮਾਰਕ ਵਾਲੇ ਸੈਂਟੈਂਸਿਸ ਆਉਂਦੇ ਆ ਤਾਂ ਉਹਨਾਂ ਵਿੱਚ ਜਿਹੜਾ ਸਬਜੈਕਟ ਹੁੰਦਾ ਉਹ ਵਿੱਚ ਹੁੰਦਾ, ਯਾਨੀ ਕਿ ਆ ਫਿਸ਼ ਸਾਡਾ ਕੀ ਹੈ? ਇੱਕ ਸਬਜੈਕਟ ਹੈ ਕਿਉਂਕਿ ਇਹ ਇੱਕ ਨਾਊਨ ਆ। ਨੈਕਸਟ ਜਿਹੜਾ ਹਾਊ ਬਚ ਗਿਆ, ਜਿਹੜਾ ਹਾਊ ਡਜ਼ ਟੂ ਸਵਿਮ, ਇਹ ਕੀ ਆ? ਸਾਡੀ ਪ੍ਰੀਡੀਕੇਟਸ ਆ। ਆਈ ਹੋਪ ਤੁਹਾਨੂੰ ਪਤਾ ਲੱਗਿਆ ਹੋਵੇਗਾ, ਸਮਝ ਆਈ ਹੋਵੇਗੀ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ। ਨੈਕਸਟ ਹੈਗਾ ਮੇ ਯੂ ਲੀਵ ਲੌਂਗ। ਤਾਂ ਹੁਣ ਇੱਥੇ ਯੂ ਜਿਹੜਾ ਵਾ ਉਹ ਕੀ ਆ? ਸਾਡਾ ਸਬਜੈਕਟ ਆ। ਮੇ ਲੀਵ ਲੌਂਗ ਇਹ ਕੀ ਆ? ਪ੍ਰੀਡੀਕੇਟ। ਨੈਕਸਟ ਹੈਗਾ ਮਿਸਟਰ ਵਰਮਾ। ਮਿਸਟਰ ਵਰਮਾ ਇੱਕ ਨਾਊਨ ਹੁੰਦਾ, ਯਾਨੀ ਕਿ ਇੱਕ ਨਾਮ ਆ ਕਿਸੇ ਚੀਜ਼ ਦਾ। ਇਜ਼ ਆ ਮਾਈ ਟੀਚਰ। ਹੁਣ ਇੱਥੇ ਮਾਈ ਟੀਚਰ ਵੀ ਇੱਕ ਕੀ ਆ? ਨਾਊਨ ਆ, ਬਟ ਉਹ ਕੀ ਆ? ਮਿਸਟਰ ਵਰਮਾ ਜਿਹੜਾ ਵਾ ਉਹ ਸਬਜੈਕਟ ਦੇ ਤੌਰ ਤੇ ਵਰਤਿਆ ਜਾ ਰਿਹਾ, ਤੇ ਜਿਹੜਾ ਮਾਈ ਟੀਚਰ ਆ ਉਹ ਕੀ ਆ? ਆਬਜੈਕਟ ਦੀ ਤਰੀਕੇ ਨਾਲ ਵਰਤਿਆ ਜਾ ਰਿਹਾ। ਤਾਂ ਇਸ ਦਾ ਮਤਲਬ ਕੀ ਹੈ? ਜਿਹੜਾ ਸਬਜੈਕਟ ਹੋਏਗਾ ਉਹੀ ਸਾਡਾ ਸਬਜੈਕਟ ਬਣੇਗਾ ਤੇ ਆਬਜੈਕਟ ਸਾਡਾ ਕੀ ਬਣ ਜਾਏਗਾ? ਪ੍ਰੀਡੀਕੇਟ। ਆਈ ਹੋਪ ਤੁਹਾਨੂੰ ਇਹ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ। ਨੈਕਸਟ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ ਵੀ ਸੈਂਟੈਂਸਿਸ ਕਿੰਨੇ ਤਰ੍ਹਾਂ ਦੇ ਹੁੰਦੇ ਆ। ਹੁਣ ਦੋ ਤਰ੍ਹਾਂ ਦੇ ਸੈਂਟੈਂਸ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਨੇ। ਨੈਕਸਟ ਇਹਦੀਆਂ ਹੋਰ ਵੀ ਐਕਸਟੈਂਸ਼ਨ ਨੇ, ਉਹ ਅਸੀਂ ਨੈਕਸਟ ਹੋਰ ਅੱਗੇ ਜਿਹੜੀਆਂ ਵੱਡੀਆਂ ਕਲਾਸਿਸ ਵਿੱਚ ਆਉਂਗੇ ਉਹਦੇ ਥਰੂ ਅਸੀਂ ਕਰਾਂਗੇ। ਜਿਹੜੇ ਸੈਂਟੈਂਸ ਹੁੰਦੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਜਿਹੜੇ ਸਾਡੇ ਸਿਲੇਬਸ ਦੇ ਵਿੱਚ ਨੇ। ਫਸਟ ਹੈਗਾ ਸਿੰਪਲ ਸੈਂਟੈਂਸ। ਆ ਸੈਂਟੈਂਸ with just one independent clause is called to their main clause, like Judy's laughed। ਹੁਣ ਇਹਦੇ ਵਿੱਚ ਜਿਹੜੀ ਜੂਡੀ ਆ ਉਹ ਕੀ ਹੈ? ਇੱਕ ਨਾਊਨ ਆ ਤੇ ਇੰਡੀਪੈਂਡੈਂਟ ਕਲੌਜ਼ ਆ, ਯਾਨੀ ਕਿ ਇਹਦੇ ਵਿੱਚ ਸਿਰਫ ਇੱਕ ਹੀ ਸੈਂਟੈਂਸ ਚੱਲ ਰਿਹਾ ਵਾ। ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ? ਨਾਊਨ, ਜਾਂ ਕਹਿੰਦੇ ਆ ਅਸੀਂ ਉਹਨੂੰ ਸਿੰਪਲ ਸੈਂਟੈਂਸ। ਜਿਵੇਂ ਕਿ ਇਹਦੀ ਪੰਜਾਬੀ ਵਿੱਚ ਹੈ ਜਿਹੜਾ ਵਾਕ ਜਿਸ ਵਿੱਚ ਸਿਰਫ ਇੱਕ ਹੀ ਫਾਈਨਾਈਟ ਵਰਬ ਹੋਵੇ। ਫਾਈਨਾਈਟ ਵਰਬ ਦਾ ਮਤਲਬ ਕੀ ਵੀ ਜਿਹੜੀਆਂ ਟੈਂਸ ਜਾਂ ਸੈਂਟੈਂਸ ਦੇ ਅਕੋਰਡਿੰਗ ਚੇਂਜ ਹੁੰਦੀਆਂ ਨੇ, ਜਿਵੇਂ ਲਵਸ, ਲਵਡ, ਇਹ ਚੀਜ਼ਾਂ। ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਸਿੰਪਲ ਸੈਂਟੈਂਸ ਆਖਦੇ ਹਨ। ਜਿਵੇਂ ਕਿ ਆਹ ਦੱਸਿਆ ਹੋਇਆ ਵਾ ਤੁਹਾਨੂੰ, ਐਗਜ਼ਾਮਪਲ ਦਿੱਤੀ ਆ ਮੋਹਨ ਲਵਸ ਹਿਸ ਕੰਟਰੀ। ਤਾਂ ਇੱਕ ਸੈਂਟੈਂਸ ਆ ਜਿਹਦੇ ਵਿੱਚ ਕੀ ਆ? ਕੋਈ ਦੋ ਸੈਂਟੈਂਸ ਇਕੱਠੇ ਨਹੀਂ ਹੋਏ, ਤਾਂ ਉਹਨੂੰ ਅਸੀਂ ਕਹਿੰਦੇ ਆ ਸਿੰਪਲ ਸੈਂਟੈਂਸ। ਇਹ ਤੁਸੀਂ ਯਾਦ ਰੱਖਣਾ ਵੀ ਸਿੰਪਲ ਸੈਂਟੈਂਸ ਕਿਹੜਾ ਹੁੰਦਾ? ਉਹ ਵਾਕ ਜਿਹੜਾ ਕਿ ਇਨਫਿਨਿਟਿਵ ਹੁੰਦਾ, ਜਿਹੜਾ ਕਿ ਸਿੰਪਲ ਸੈਂਟੈਂਸ ਦੇ ਨਾਲ ਜੁੜੇ ਹੁੰਦੇ ਆ, ਤੇ ਉਹਨਾਂ ਨੂੰ ਅਸੀਂ ਕਹਿੰਦੇ ਆ ਸਿੰਪਲ ਸੈਂਟੈਂਸ। ਨੈਕਸਟ ਜਿਹੜਾ ਵਾ ਤੁਹਾਡਾ ਹੈ ਕੰਪਲੈਕਸ ਸੈਂਟੈਂਸ। ਹੁਣ ਇਹ ਕੰਪਲੈਕਸ ਸੈਂਟੈਂਸ ਕੀ ਹੁੰਦਾ? ਕੰਪਲੈਕਸ ਸੈਂਟੈਂਸ ਦੀ ਡੈਫੀਨੇਸ਼ਨ ਕਰਦੇ ਪਹਿਲਾਂ। ਕੰਟੇਨਸ ਐਨ ਇੰਡੀਪੈਂਡੈਂਟ ਕਲੌਜ਼ ਐਂਡ ਐਟ ਲੀਸਟ ਵਨ ਡਿਪੈਂਡੈਂਟ ਕਲੌਜ਼, ਜਿਵੇਂ ਜਿਮੀ ਕ੍ਰਾਈਡ ਵੈਨ ਜੂਡੀ ਲਾਫਟ। ਸੌਰੀ। ਤਾਂ ਇਹਦੇ ਵਿੱਚ ਕੀ ਆ? ਜਿਹੜੀ ਕੰਪਲੈਕਸ ਸੈਂਟੈਂਸਿਸ ਹੁੰਦੇ ਆ ਉਹਦੇ ਵਿੱਚ ਦੋ ਕਲੌਜ਼ਸ ਚੱਲਦੇ ਹਨ। ਕਲੌਜ਼ਸ ਕੀ ਹੁੰਦੀਆਂ ਨੇ? ਕਲੌਜ਼ਸ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਕਿਸੇ ਚੀਜ਼ ਨੂੰ ਸਮਝਣ ਦੇ ਲਈ। ਤਾਂ ਜਿਹੜਾ ਇਹਦੇ ਵਿੱਚ ਦੋ ਸਬਜੈਕਟਸ ਹੋਣਗੇ, ਦੋ ਵਰਬਸ ਹੋ ਸਕਦੀਆਂ ਨੇ ਤੇ ਦੋ ਆਬਜੈਕਟ ਵੀ ਹੋ ਸਕਦੇ। ਤਾਂ ਉਹ ਕੀ ਬਣ ਜਾਂਦਾ? ਇੱਕ ਕੰਪਲੈਕਸ ਸੈਂਟੈਂਸ। ਬਟ ਜਿਹੜਾ ਸਿੰਪਲ ਸੈਂਟੈਂਸ ਅਸੀਂ ਜਿਹੜਾ ਪ੍ਰੀਵੀਅਸ ਕੀਤਾ ਸੀ ਉਹਦੇ ਵਿੱਚ ਕੀ ਆ ਵੀ ਸਿਰਫ ਸਾਡੇ ਕੋਲ ਇੱਕ ਸਬਜੈਕਟ ਹੋਏਗਾ ਤੇ ਇੱਕ ਆਬਜੈਕਟ ਹੋਏਗਾ। ਬਟ ਹੁਣ ਜਿਹੜਾ ਇਹ ਵਾਲਾ ਵਾ ਇਹਦੇ ਵਿੱਚ ਸਾਡੇ ਕੋਲ ਕੀ ਆ? ਇੱਕ ਸਬਜੈਕਟ ਵੀ ਹੋਏਗਾ, ਦੋ ਸਬਜੈਕਟ ਹੋਣਗੇ ਸਾਡੇ ਕੋਲ। ਲਾਈਕ ਜੇ ਅਸੀਂ ਆਏ ਦੀ ਗੱਲ ਕਰੀਏ ਤਾਂ ਜਿਹੜਾ ਜਿਮੀ ਆ ਇੱਕ ਆ ਸਬਜੈਕਟ ਹੋ ਗਿਆ ਤੇ ਜੂਡੀ ਜਿਹੜਾ ਵਾ ਇਹ ਸੈਕੰਡ ਹੋ ਗਿਆ। ਆ ਵਰਬ ਫਸਟ ਹੋ ਗਈ ਕਰਾਈਟ ਤੇ ਆ ਸੈਕੰਡ ਲਾਫਟ ਹੋ ਗਈ, ਯਾਨੀ ਕਿ ਇਹ ਸੈਂਟੈਂਸ ਇੱਥੋਂ ਟੁੱਟੇਗਾ ਤੇ ਆ ਸੈਂਟੈਂਸ ਇੱਥੋਂ ਟੁੱਟੇਗਾ। ਦੋ ਸੈਂਟੈਂਸਾਂ ਨਾਲ ਜਿਹੜਾ ਜੋੜ ਦੇਵੇ ਉਹਨੂੰ ਅਸੀਂ ਕਹਿੰਦੇ ਆ ਕੰਪਲੈਕਸ ਸੈਂਟੈਂਸਿਸ ਕਹਿ ਦਿੰਦੇ। ਨੈਕਸਟ ਗੱਲ ਕਰੀਏ ਕੰਪਲੈਕਸ ਸੈਂਟੈਂਸਿਸ ਦੇ ਵਿੱਚ ਵੀ ਇਹਦੇ ਪੰਜਾਬੀ ਦੇ ਵਿੱਚ ਗੱਲ ਕੀਤੀ ਆ ਵੀ ਜਾਣ ਪਛਾਣ ਕਲੌਜ਼ ਦੇ ਨਾਲ ਸਮਝਿਆ ਜਾ ਸਕਦਾ। ਇਹਦੀਆਂ ਕਲੌਜ਼ਾਂ ਕੀ ਹੁੰਦੀਆਂ ਨੇ? ਮੇਲ ਕਰਦੀਆਂ ਨੇ ਦੋ ਸੈਂਟੈਂਸਿਸ ਨੂੰ। ਇਹਦੇ ਵਿੱਚ ਅਜਿਹਾ ਸਮੂਹ ਹੁੰਦਾ ਇੱਕ ਕਲੌਜ਼ ਜਿਹੜੀ ਉਪਵਾਕ ਆਖਦੇ ਹਨ, ਜਿਹਦੇ ਵਿੱਚ ਇੱਕ ਸਬਜੈਕਟ ਹੋਏਗਾ, ਇੱਕ ਪ੍ਰੀਡੀਕੇਟ ਹੋਏਗਾ, ਨਾਲ ਹੀ ਉਹ ਕਿਸੇ ਹੋਰ ਉਪਵਾਕ ਦੇ ਨਾਲ ਜੁੜਿਆ ਹੋਇਆ ਹੋਵੇਗਾ। ਜਿਵੇਂ ਕਿ ਆ ਥੱਲੇ ਐਗਜ਼ਾਮਪਲ ਦਿੱਤੀ ਹੋਈ ਆ, ਇਹਦੇ ਵਿੱਚ ਕੀ ਆ? ਆਲਦੋਜ਼ ਹੀ ਵਾਸ ਟੂ ਦੀ ਵੈਲਥੀ ਹੀ ਵਾਸ ਸਟਿਲ ਅਨਹੈਪੀ। ਹੁਣ ਇੱਥੇ ਹੀ ਜਿਹੜਾ ਵਾ ਤੇ ਆ ਹੀ ਆ, ਇਹ ਦੋ ਸਬਜੈਕਟ ਹੋ ਗਏ, ਆ ਹੈਲਪਿੰਗ ਵਰਬ ਹੋ ਗਈ ਤੇ ਆ ਲਾਸਟ ਵਾਲਾ ਵੈਲਥੀ
ਤੇ ਅਨਹੈਪੀ ਹੈਗੀ ਆ ਸਾਡੇ ਆਬਜੈਕਟ। ਯਾਨੀ ਕਿ ਇੱਕ ਸੈਂਟੈਂਸਿਸ ਦੇ ਵਿੱਚ ਦੋ ਸਬਜੈਕਟ ਆਬਜੈਕਟ ਜੁੜੇ ਹੁੰਦੇ ਆ ਕਿਸੇ ਨਾ ਕਿਸੇ ਕੰਜ਼ੰਪਸ਼ਨ ਦੇ ਨਾਲ ਜਾਂ ਵਿਦ ਦੀ ਹੈਲਪ ਆਫ ਵਟ ਵੈਨ ਵੀ, ਇਹਨਾਂ ਚੀਜ਼ਾਂ ਦੇ ਨਾਲ। ਜਿਵੇਂ ਕਿ ਸਾਡੇ ਕੋਲ ਸੈਕਿੰਡ ਐਗਜ਼ਾਮਪਲ ਆ ਸਾਡੀ। ਸੈਕਿੰਡ ਐਗਜ਼ਾਮਪਲ ਦੇ ਵਿੱਚ ਬਿਕੋਜ਼ I was running late for a work, I was snappy with him। ਕਹਿੰਦੇ ਵੀ ਉਹ ਇਹਦੇ ਵਿੱਚ ਜਿਹੜਾ ਆਈ ਆ ਤੇ ਇੱਕ ਇੱਥੇ ਆਈ ਆ, ਇਹ ਦੋ ਕੀ ਨੇ, ਸਬਜੈਕਟਸ ਨੇ ਦੋ ਸੈਂਟੈਂਸਿਸ ਦੇ। ਇਹਨਾਂ ਨੂੰ ਕੌਣ ਜੋੜ ਰਿਹਾ, ਬਿਕੋਜ਼। ਹੁਣ ਇਹਦੇ ਵਿੱਚ ਅਸੀਂ ਗੱਲ ਕਰਨੀ ਹੈ ਦੋ ਚੀਜ਼ਾਂ ਦੀ, ਇੱਕ ਹੁੰਦੀ ਹੈ ਡਿਪੈਂਡੈਂਟ, ਇੱਕ ਹੁੰਦੀ ਹੈ ਇੰਡੀਪੈਂਡੈਂਟ ਕਲੌਜ਼। ਹੁਣ ਸਾਨੂੰ ਕਿਵੇਂ ਪਤਾ ਲੱਗੇ ਵੀ ਕਿਹੜੀ ਡਿਪੈਂਡੈਂਟ ਆ ਕਿਹੜੀ ਇੰਡੀਪੈਂਡੈਂਟ ਕਲੌਜ਼ ਆ? ਸਭ ਤੋਂ ਈਜ਼ੀ ਵੇ, ਫਸਟ ਆਫ ਆਲ ਤਾਂ ਜਿਹੜੀਆਂ ਇੰਡੀਪੈਂਡੈਂਟ ਕਲੌਜ਼ ਹੁੰਦੀਆਂ ਨੇ, ਦੋ ਤਰ੍ਹਾਂ ਦੀ ਅੱਗੇ ਕਲੌਜ਼ ਪੜਾਂਗੇ ਅਸੀਂ ਅੱਗੇ ਵੀ ਜਿਹੜੀਆਂ ਕਲੌਜ਼ਿਸ ਹੁੰਦੀਆਂ ਨੇ ਉਹ ਕਿੰਨੇ ਤਰ੍ਹਾਂ ਦੀ ਹੁੰਦੀਆਂ ਨੇ ਜਾਂ ਕਿਵੇਂ ਹੁੰਦੀਆਂ ਨੇ। ਕਲੌਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਡਿਪੈਂਡੈਂਟ, ਇੱਕ ਹੁੰਦੀ ਹੈ ਇੰਡੀਪੈਂਡੈਂਟ। ਉਹ ਜਿਹੜੀ ਆ ਹੁਣ ਅਸੀਂ ਨੈਕਸਟ ਜਿਹੜਾ ਇਹਦੀ ਸਲਾਈਡ ਆ ਉਹਦੇ ਵਿੱਚ ਅਸੀਂ ਦੇਖਾਂਗੇ ਵੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਕਿਵੇਂ ਚੱਲਦੀਆਂ ਨੇ। ਆ ਦੱਸਿਆ ਇਹਨੇ ਵੀ ਕੀ ਤਰ੍ਹਾਂ ਦੇ ਇੰਡੀਪੈਂਡੈਂਟ ਕਲੌਜ਼ ਕੀ ਹੁੰਦੀ ਹੈ, ਹੈਜ਼ ਦ ਐਬਿਲਿਟੀ ਟੂ ਸਟੈਂਡ ਅਲੋਨ ਐਜ਼ ਅ ਸੈਂਟੈਂਸ। ਵੀ ਇੱਕ ਅਜਿਹੀ ਸੈਂਟੈਂਸ ਜਿਹੜਾ ਕਿ ਆ ਆਪਣੇ ਆਪ ਦੇ ਵਿੱਚ ਪੂਰਾ ਹੋਵੇ ਤੇ ਉਹਨੂੰ ਕਿਸੇ ਹੋਰ ਬੰਦੇ ਦੀ ਲੋੜ ਨਾ ਪੈਂਦੀ ਹੋਵੇ ਤਾਂ ਉਹਨੂੰ ਕੀ ਕਿਹਾ ਜਾਂਦਾ ਵਾ, ਇੰਡੀਪੈਂਡੈਂਟ ਕਲੌਜ਼। ਤੇ ਆ ਡਿਪੈਂਡੈਂਟ ਕਲੌਜ਼ ਕੈਨ ਨਾਟ ਬੀ ਅ ਸਟੈਂਡ ਅਲੋਨ ਵੈਨ ਥਰੂ ਇਟ ਹੈਜ਼ ਟੂ ਬੀ ਅ ਸਬਜੈਕਟ ਔਰ ਵਰਬ। ਇਹਦੇ ਵਿੱਚ ਕੀ ਹੁੰਦਾ ਵਾ ਵੀ ਜਿਹੜੀਆਂ ਡਿਪੈਂਡੈਂਟ ਕਲੌਜ਼ ਜਾਂ ਸਬੋਰਡੀਨੇਟ ਕਲੌਜ਼ ਕਿਹੜੀਆਂ ਹੁੰਦੇ ਨੇ, ਉਹ ਕਲੌਜ਼ ਜਿਹਨਾਂ ਨੂੰ ਕੀ ਆ ਸਬਜੈਕਟ ਦੀ ਲੋੜ ਪੈਂਦੀ ਹੈ ਜਾਂ ਕਿਸੇ ਹੋਰ ਵਰਬ ਦੀ ਲੋੜ ਪੈਂਦੀ ਹੈ ਜਾਂ ਉਹ ਆਪਣੇ ਆਪ ਨੂੰ ਪੂਰਾ ਕਰ ਸਕਣ। ਠੀਕ ਹੈ ਜੀ, ਪੰਜਾਬੀ ਦੇ ਵਿੱਚ ਡੈਫੀਨੇਸ਼ਨ ਲਿਖੀ ਹੋਈ ਹੈ, ਤੁਸੀਂ ਇਹਨੂੰ ਐਜ਼ ਇਟ ਇਜ਼ ਨੋਟ ਡਾਊਨ ਵੀ ਕਰ ਸਕਦੇ ਹੋ ਆਪਣੇ ਕਾਪੀਜ਼ ਦੇ ਉੱਤੇ। ਨੈਕਸਟ ਹੈ, ਨੈਕਸਟ ਜਿਹੜਾ ਵਾ ਹੁਣ ਤੁਸੀਂ ਇਹਦੇ ਵਿੱਚ ਆਪਣੇ ਦੱਸਣੇ ਸੈਂਟੈਂਸਿਸ ਪਿਕ ਕਰਨੇ ਵੀ ਕਿਹੜਾ ਕੰਪਲੈਕਸ ਆ ਤੇ ਕਿਹੜਾ ਸਾਡਾ ਸਿੰਪਲ ਸੈਂਟੈਂਸ ਆ। ਜਿਵੇਂ ਕਿ ਮੈਂ ਫਸਟ ਜਿਹੜਾ ਵਾ ਪਹਿਲੇ ਦੋ ਕਰਕੇ ਦਿਖਾਣਾ, ਜਿਵੇਂ ਰਾਣੀ ਇਜ਼ ਅ ਨਾਈਸ ਗਰਲ। ਹੁਣ ਇਹਦੇ ਵਿੱਚ ਕੀ ਆ, ਇੱਕ ਰਾਣੀ ਇੱਕ ਸਬਜੈਕਟ ਆ ਤੇ ਗਰਲ ਜਿਹੜੀ ਆ ਇੱਕ ਆਬਜੈਕਟ ਆ ਕੀ ਆ, ਹੈਲਪਿੰਗ ਵਰਬ। ਯਾਨੀ ਕਿ ਇੱਕ ਹੀ ਚੀਜ਼ ਚੱਲ ਰਹੀ ਹੈ, ਯਾਨੀ ਕਿ ਇੱਕ ਸੈਂਟੈਂਸ ਦੀ ਗੱਲ ਕਰੀ ਜਾ ਰਹੀ ਹੈ, ਇੱਕ ਸਬਜੈਕਟ ਇੱਕ ਆਬਜੈਕਟ ਆ, ਤਾਂ ਉਹ ਕਿਹੜਾ ਸੈਂਟੈਂਸ ਹੋਏਗਾ, ਸਿੰਪਲ। ਨੈਕਸਟ ਜਿਹੜਾ ਸੈਕਿੰਡ ਆ ਉਹਦੀ ਗੱਲ ਕਰੀਏ, ਉਹ ਕੀ ਆ, I know that ਦਿਆ ਮੋਹਨ ਮੋਹਨ ਇਜ਼ ਅ ਗੁੱਡ ਬॉय। ਹੁਣ ਜਿਹੜਾ ਆਈ ਆ ਤੇ ਇੱਥੇ ਮੋਹਨ ਆ, ਦੋ ਸਬਜੈਕਟ ਮਿਲ ਗਏ, ਨੋ ਇੱਕ ਵਰਬ ਤੇ ਗੁੱਡ ਤੁਸੀਂ ਇਹ ਕਹਿ ਸਕਦੇ ਹੋ ਐਡਜੈਕਟਿਵ। ਯਾਨੀ ਕਿ ਇਹ ਦੂਸਰਾ ਸੈਂਟੈਂਸ ਆ, ਯਾਨੀ ਕਿ ਦੋ ਸੈਂਟੈਂਸ ਜੁੜੇ ਹੋਏ ਨੇ ਤਾਂ ਇਹ ਕਿਹੜਾ ਸੈਂਟੈਂਸ ਹੋਏਗਾ, ਕੰਪਲੈਕਸ। ਤਾਂ ਤੁਸੀਂ ਜਸਟ ਇਸ ਦੇ ਵਿੱਚ ਇਹੀ ਦੱਸਣਾ ਵਾ ਵੀ ਕਿਹੜਾ ਸਿੰਪਲ ਆ ਕਿਹੜਾ ਕੰਪਲੈਕਸ ਆ। ਤੁਸੀਂ ਇਹਨੂੰ ਸਕਰੀਨਸ਼ਾਟ ਮਾਰ ਕੇ ਵੀ ਇਹਨੂੰ ਟਰਾਈ ਕਰਕੇ ਲਿਖ ਸਕਦੇ ਹੋ। ਤਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਨੀ ਆ। ਮੈਂ ਇਹਦੇ ਵਿੱਚ ਤੁਹਾਨੂੰ 10 ਜਿਹੜੇ ਨੇ ਵਰਡਸ ਜਾਂ ਤੁਸੀਂ ਕਹਿ ਦਿਓ ਵੀ 10 ਸੈਂਟੈਂਸ ਨੇ ਉਹ ਦਿੱਤੇ ਨੇ, ਜਿਹੜੇ ਕਿ ਤੁਸੀਂ ਇਹਨਾਂ ਉੱਤੇ ਲਿਖ ਸਕਦੇ ਹੋ ਤੇ ਇਹਨਾਂ ਨੂੰ ਯਾਦ ਕਰ ਸਕਦੇ ਹੋ। ਤੇ ਤੁਸੀਂ ਇਹਦੇ ਉੱਤੇ ਜ਼ਿਆਦਾਤਰ ਜਿਹੜਾ ਵਾ ਤੁਸੀਂ ਸਕਰੀਨਸ਼ਾਟ ਮਾਰ ਕੇ ਵੀ ਇਹਨੂੰ ਆਪਣੇ ਹੈਲਪ ਦੇ ਨਾਲ ਇਹਨੂੰ ਕਰ ਸਕਦੇ ਹੋ। ਜੇਕਰ ਫਿਰ ਵੀ ਨੈਕਸਟ ਵੀਡੀਓ ਦੇ ਵਿੱਚ ਮੈਂ ਇਹਦੇ ਆਨਸਰ ਕੀ ਪਾ ਦਾਂਗਾ, ਆ 10 ਨੇ, ਤੁਸੀਂ ਇਹਨਾਂ ਨੂੰ 10 ਨੂੰ ਟਰਾਈ ਕਰਨਾ ਵਾ ਤੇ ਦੱਸਣਾ ਵਾ ਕਿਹੜਾ ਸਿੰਪਲ ਆ ਕਿਹੜਾ ਕੰਪਲੈਕਸ ਆ। ਤੇ ਮੈਂ ਜਦੋਂ ਇਹ ਨੈਕਸਟ ਪਾਰਟ ਅਪਲੋਡ ਕਰਾਂਗਾ ਤਾਂ ਉਹਦੇ ਵਿੱਚ ਇਹਦੀ ਟ੍ਰਾਂਸਲੇਸ਼ਨ ਪਾ ਦਾਂਗਾ, ਤੁਸੀਂ ਇਹਦੇ ਟ੍ਰਾਂਸਲੇਸ਼ਨ ਚੈੱਕ ਕਰ ਸਕਦੇ ਹੋ ਤੇ ਇਹਦੇ ਆਨਸਰ ਚੈੱਕ ਕਰ ਸਕਦੇ ਹੋ। ਐਟ ਲਾਸਟ ਜਿਹੜਾ ਇਸ ਸੈਸ਼ਨ ਦੇ ਵਿੱਚ ਜਿਹੜੇ ਮੈਂ 10 ਵੀਡੀਓ ਦਿੱਤੇ ਆ, ਆਈ ਹੋਪ ਤੁਹਾਨੂੰ ਇਹ ਚੀਜ਼ ਵਧੀਆ ਲੱਗੀ ਹੋਵੇਗੀ। ਐਟ ਲਾਸਟ ਮੈਂ ਇਹੀ ਗੱਲ ਕਹਾਂਗਾ ਵੀ ਜਿਹੜੇ ਪਰਸਨ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਤਾਂ ਇਹਨੂੰ ਸਬਸਕ੍ਰਾਈਬ ਕਰੋ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਐਂਡ when you have been facing any kind of the problems, so you will be give your comments on my comment box, so I will also be try to improve and give their valuable knowledge to you. Thanks a lot watching for my session and like this session when you have been getting some kind of knowledge. Thanks a lot.